ਅੱਜ जो ਆਪਾਂ ਸੁਖਮਨੀ ਸਾਹਿਬ जी ਦੇ इस पावन श्लोक ਦੀ विचार ਕਰਨ ਲੱਗੇ ਹਾਂ। ਉਸ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ, जिस श्लोक ਦੀ ਅਸੀਂ विचार ਕਰਾਂਗੇ, महाराज ਕਹਿੰਦੇ ਨੇ परमात्मा आदि तो सच है, जुगाद सच है, भी सच, नानक होसी भी सच। इत्थे फिर एक विचार आरंभ हुंदी है, असल दे विच सच की है। ਅਸੀਂ ਅਕਸਰ ਸੱਚ ਸ਼ਬਦ ਦਾ ਪ੍ਰਯੋਗ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਔਰ ਝੂਠ ਸ਼ਬਦ ਦਾ ਪ੍ਰਯੋਗ ਵੀ ਆਪਣੀ ਜ਼ਿੰਦਗੀ ਵਿੱਚ ਕਰਦੇ ਹਾਂ। ਸੱਚ ਕੀ ਹੈ ਤੇ ਝੂਠ ਕੀ ਹੈ? ਜੇ ਸਿੱਧੇ ਤੌਰ ਤੇ ਵੇਖਿਆ ਜਾਏ, ਜਦੋਂ ਅਸੀਂ ਸੱਚ ਸ਼ਬਦ ਦੀ ਗੱਲ ਕਰਾਂਗੇ, सच वो असलीयत है जिहड़ी बदलती नहीं है। सच दे उत्ते ना माया का प्रभाव हुंदा है, ना सच दे उत्ते समय का प्रभाव हुंदा है। सच कदे भी समय ते पदार्थां दे प्रभाव हेठ बदलता नहीं है। जो चीज़ सतयुग दे विच सच सी, वो द्वापर विच भी सच सी। जो द्वापर विच सच सी, वो त्रेते विच भी सच सी, और वो अज कलयुग विच भी सच है। दुनिया दे उत्ते जो कुछ असीं वेखदे हां, सब बदलता जा रहा है। जे असी शरीर नूं सच मनते हाँ, ये बहुत वड्डी गलती है। कारण जिस दिन बचपन में सी, उस दिन बड़ा छोटा जा शरीर सी। जवानी आई, किड्डा तकड़ा हो गया। उस तो अगे तुरे 40-45 साल की उम्र जवानी नालों वखरा ही हो गया। फिर बुढ़ेपा आ जाना है, ये कुछ होर वखरा हो जाना है। सच तो नहीं है। सच का मतलब जो एक सार है, जिहदे विच बदलाव नहीं है। मनुख कोल शरीर है तो शरीर भी सच नहीं है। शरीर नूं सच मन सकता है। मैं फिर गल करा, मनना होर गल हुंदी है, होना होर गल हुंदी है। मनुख शरीर नूं सच मन सकता है, पर शरीर सच होवे ऐसा सच नहीं है। इतने मैं वैसे सच की आपां गल जदों करते हैं, सच के अभ्यास की गल करते हैं, उसकी गल असीं कर रहे हैं। सो पहली गल तो यह है, सच जो कुछ असीं वेख रहे हैं वो सच नहीं है। हाँ, सच समझ रहे हैं, वो वखरी गल है। समझना वखरी गल है, होना वखरी गल है। इस शरीर नूं सच समझिए तो शरीर सच नहीं है, बदल गया है। अपनी जवानी वाली ते अज वाली फोटो सामने रख लवो, बचपन वाली ते अज वाली रख लवो, नहीं मिलेगी। इसका मतलब शरीर झूठा है। ये क्यों बदल गया? जिहड़ी चीज़ झूठी हुंदी है वो बदलती है, सच नहीं कदे बदलता। यही सच की पछाण है। और सच हुंदा कैसा है? बाणी कहती, सत सुहान सदा मन चाओ। जिथे विगास ही विगास है, जिथे खेड़ा ही खेड़ा है, जिथे ऐसी अवस्था है सच, जिथे दुख नहीं है, जिथे सुख भी नहीं है, ऐसी अवस्था का नाम सच है। वो मनुख हमेशा सच विच ही जुड़े रहंदे ने, ਜਿਹੜੇ ना दुखों में ने ना सुखों में। रोज रोज मनुख दुनियावी तौर पर
ਆ ਬਾਹਰ ਦੀਆਂ ਵਸਤੂਆਂ ਨੂੰ ਸੱਚ ਸਮਝਦਾ ਹੈ ਔਰ ਇਹਨਾਂ ਵਸਤੂਆਂ ਦੇ ਸਵਾਦ ਔਰ ਇਹਨਾਂ ਵਸਤੂਆਂ ਦੇ ਵਿੱਚ ਹੀ ਮੋਹਿਆ ਗਿਆ ਹੈ। ਇਹਨਾਂ ਵਸਤੂਆਂ ਦੇ ਵਿੱਚ ਹੀ ਪਰਿਵਾਰ ਨੂੰ ਸੱਚ ਸਮਝਦਾ ਹੈ, ਪਰਿਵਾਰ ਸੱਚ ਨਹੀਂ ਹੈ। ਫਿਰ ਜੇ ਇਹ ਸੱਚ ਨਹੀਂ ਹੈ, ਫਿਰ ਇਹਦਾ ਭੁਲੇਖਾ ਕਿਉਂ ਹੈ? ਇਹਦਾ ਵੀ ਕਾਰਨ ਹੈ, ਕਿਉਂਕਿ ਜਿਹੜੀ ਜੀਵ ਆਤਮਾ ਹੈ ਉਹ ਸਰੀਰ ਦੇ ਵਿੱਚ ਹੈ, ਜਿਹਨੂੰ ਅਸੀਂ ਚੇਤਨਾ ਕਹਿੰਦੇ ਹਾਂ, ਮਨੁੱਖ ਦੀ ਚੇਤਨਾ। ਔਰ ਉਹ ਜਿਹੜੀ ਚੇਤਨਾ ਹੈ ਸਾਰਾ ਕੰਮ ਕਰਦੀ ਹੈ ਸਰੀਰ ਦੇ ਨਾਲ ਲੱਗ ਕੇ, ਇਕੱਲੀ ਤੇ ਉਹ ਕਰਦੀ ਨਹੀਂ ਹੈ। ਜਿਹੜਾ ਮਨ ਹੈ, ਜੇ ਅਸੀਂ ਸਿੱਧੇ ਸ਼ਬਦਾਂ 'ਚ ਕਹੀਏ, ਮਨ ਹੈ, ਮਨ ਜੋ ਕੁਝ ਵੀ ਕਰੇਗਾ ਆ ਸਰੀਰ ਦੇ ਨਾਲ ਲੱਗ ਕੇ ਕਰੇਗਾ। ਇਸ ਕਰਕੇ ਸਰੀਰ ਨੂੰ ਵਕਾਰ ਇਕੱਠੇ ਕਰਨ ਦਾ ਘਰ ਵੀ ਬਣਾਇਆ ਜਾ ਸਕਦਾ ਹੈ ਤੇ ਹਰੀ ਦਾ ਘਰ ਵੀ ਬਣਾਇਆ ਜਾ, ਦੋਵੇਂ ਇਹਦੇ ਵਿੱਚ ਸੰਭਾਵਨਾਵਾਂ ਨੇ। ਇਹ ਮਨ ਮੰਦਰ ਤਨ ਵੇਸ਼ ਕਲੰਦਰ, ਘਟ ਹੀ ਤੀਰਥ ਨਹਾਵਾਂ, ਐਸਾ ਵੀ ਬਣ ਸਕਦਾ ਹੈ। ਔਰ ਇਹ ਐਸਾ ਵੀ ਬਣ ਸਕਦਾ ਹੈ ਮਨ ਦੇ ਵਿੱਚੋਂ ਇਹਨਾਂ ਅੱਖਾਂ ਦੇ ਥਾਣੀ ਵਕਾਰ ਇਕੱਠੇ ਕਰੀ ਜਾਈਏ ਸਾਰਾ ਦਿਨ, ਆ ਜੀਭ ਦੇ ਥਾਣੀ ਸਵਾਦ ਲਈ ਜਾਏ ਮਨੁੱਖ ਬਸ। ਕਿਉਂਕਿ ਜੀਭ ਦਾ ਜਿਹੜਾ ਲੱਛਣ ਹੈ ਨਾ ਉਹ ਸਵਾਦ ਹੀ ਹੈ। ਅਸਲ ਦੇ ਵਿੱਚ ਜੀ ਸਵਾਦ ਮੰਗ ਨਹੀਂ ਰਹੀ, ਉਹਦਾ ਸੁਭਾਅ ਹੀ ਸਵਾਦ ਹੈ। ਮੰਗੇਗੀ ਕਿਉਂ? ਕਿੰਨਾ ਦੇਣਾ ਹੈ ਕਿੰਨਾ ਨਹੀਂ ਦੇਣਾ ਹੈ, ਇਹ ਮਨੁੱਖ ਦੇ ਮਨ ਤੇ ਬੁੱਧ ਨੇ ਵੇਖਣਾ ਹੈ। ਬੁੱਧ ਨੇ ਵੇਖਣਾ ਕਿੰਨਾ ਦੇਣਾ ਕਿੰਨਾ ਨਹੀਂ। ਅਗਰ ਜਿਹੜੀ ਬੁੱਧੀ ਹੈ ਇਹਦੇ ਵਿੱਚ ਸਮਝ ਹੀ ਨਹੀਂ, ਫਿਰ ਇਹ ਸਰੀਰ ਨੂੰ ਵੱਧ ਦੇਈ ਜਾਏਗੀ, ਫਿਰ ਉਹ ਵੱਧ ਦੇਣਾ ਸਰੀਰ ਨੂੰ ਖਰਾਬ ਕਰਦਾ ਹੈ। ਮੈਂ ਫਿਰ ਇਸ ਗੱਲ ਤੇ ਜ਼ਰੂਰ ਚਾਨਣ ਪਾਵਾਂਗਾ, ਮਹਾਰਾਜ ਕਿਰਪਾ ਕਰਨ। ਅਸਲ ਦੇ ਵਿੱਚ ਜੀਭ ਸਵਾਦ ਮੰਗਦੀ ਨਹੀਂ ਹੈ, ਜੀਭ ਦਾ ਲੱਛਣ ਹੀ ਸਵਾਦ ਹੈ, ਇਹਦਾ ਸੁਭਾਅ ਹੀ ਇਹ ਹੈ। ਇਹਦੇ ਵਿੱਚ ਤੰਤੂ ਲੱਗੇ ਹੋਏ ਨੇ, ਜਦੋਂ ਜਿਹੜੀ ਵੀ ਚੀਜ਼ ਮਨੁੱਖ ਦੇ ਅੰਦਰ ਜਾਏਗੀ ਇਹਦੇ ਤੇ ਰੱਖੀ ਜਾਏਗੀ, ਇਹ ਦੱਸ ਦੇਵੇਗੀ ਇਹਦੇ ਵਿੱਚ ਖੱਟਾ ਹੈ ਕੌੜਾ ਹੈ ਕੀ ਨਹੀਂ ਹੈ। ਜੀਭ ਤੇ ਕਦੇ ਕੋਈ ਵੀ ਚੀਜ਼ ਜੀਭ ਦੇ ਥੱਲੇ ਰੱਖਣ ਦੀ ਕੋਸ਼ਿਸ਼ ਕਰਨਾ, ਨਹੀਂ ਸਵਾਦ ਆਏਗਾ। ਜੀਭ ਦੇ ਥੱਲੇ ਵੀ ਰੱਖੋਗੇ ਤਾਂ ਵੀ ਸਵਾਦ ਨਹੀਂ ਹੈ। ਜੋ ਕੁਝ ਵੀ ਸਵਾਦ ਹੈ ਜੀਭ ਦੇ ਉਤਲੇ ਬੰਨੇ ਤੰਤੂ ਉੱਤੇ ਲੱਗੇ ਨੇ। ਇਸ ਕਰਕੇ ਜੀਭ ਦਾ ਕਸੂਰ ਨਹੀਂ ਹੈ ਸਵਾਦਾਂ ਵਿੱਚ, ਉਹਦਾ ਤੇ ਕੰਮ ਹੀ ਸਵਾਦ ਵੇਖਣਾ ਹੈ। ਜੇ ਉਹ ਨਾ ਹੁੰਦੀ ਫਿਰ ਤੇ ਦੁਨੀਆ ਦੀ ਕੋਈ ਵਸਤੂ ਦਾ ਪਤਾ ਨਹੀਂ ਸੀ ਲੱਗਣਾ। ਹੁਣ ਉਹ ਜਿਹੜੀ ਵਸਤੂ ਹੈ ਇਹਦਾ ਕੰਮ ਹੀ ਸਵਾਦ ਹੈ। ਕਦੇ ਮਨੁੱਖ ਬਿਮਾਰ ਹੋ ਜਾਏ ਨਾ, ਜਿਹੜੇ ਤੰਤੂ ਹੁੰਦੇ ਨੇ ਨਾ ਜੀਭ ਤੇ, ਇਹ ਕਮਜ਼ੋਰ ਹੋ ਜਾਂਦੇ ਨੇ। ਕਦੀ ਵੇਖਣਾ ਬਿਮਾਰ ਮਨੁੱਖ ਨੂੰ ਸਵਾਦ ਨਹੀਂ ਲੱਗਦਾ ਕੁਝ ਵੀ, ਕਹਿੰਦਾ ਮੇਰੇ ਮੂੰਹ ਦਾ ਸਵਾਦ ਹੀ ਚਲਾ ਗਿਆ। ਕਿਉਂ? ਜਿਹੜੇ ਸਵਾਦ ਲੈਣ ਵਾਲੇ ਤੰਤੂ ਨੇ ਉਹ ਕਮਜ਼ੋਰ ਹੋ ਜਾਂਦੇ ਨੇ ਬਿਮਾਰੀ ਵਿੱਚ। ਇਸ ਕਰਕੇ ਜੀਭ ਦੇ ਉੱਤੇ ਤੇ ਸਵਾਦ ਹੈ, ਜੋ ਵੀ ਚੀਜ਼ ਰੱਖੋਗੇ ਉਹਨੇ ਦੱਸ ਦੇਣਾ, ਕਿਉਂਕਿ ਇੰਦਰੀ ਹੈ ਉਹ। ਸਾਨੂੰ ਉਹਨੇ ਗਿਆਨ ਕਰਾਉਣਾ ਕੀ ਹੈ ਕੀ ਨਹੀਂ ਹੈ। ਹੁਣ ਮਹਾਰਾਜ ਇਹ ਕਹਿੰਦੇ ਨੇ ਜੀਭ ਦੇ ਵਿੱਚ ਤੂੰ ਕਿੰਨੀ ਚੀਜ਼ ਖਾਣੀ ਹੈ ਕਿੰਨੀ ਨਹੀਂ ਖਾਣੀ ਹੈ, ਇਹ ਆਪਣੀ ਬੁੱਧੀ ਨੂੰ ਬਣਾ ਕੇ ਰੱਖ। ਪਰ ਬੁੱਧੀ ਜਦੋਂ ਸਵਾਦ ਦੇ ਮਗਰ ਲੱਗ ਤੁਰਦੀ ਹੈ ਫਿਰ ਇਹ ਸਰੀਰ ਨੂੰ ਵੀ ਖਰਾਬ ਕਰ ਲੈਂਦੀ ਹੈ। ਤਾਂ ਹੀ ਗੁਰੂ ਦਾ ਸਿੱਖ ਗੁਰੂ ਦੇ ਸਾਹਮਣੇ ਇੱਕੋ ਹੀ ਅਰਦਾਸ ਕਰਦਾ ਹੈ ਕਿ ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਹੇ ਪ੍ਰਮਾਤਮਾ ਮੈਨੂੰ ਤੇ ਐਸੀ ਬੁੱਧੀ ਬਖਸ਼ੀ ਜਿਸ ਬੁੱਧੀ ਦੇ ਨਾਲ ਮੈਂ ਤੇਰੇ ਬਾਰੇ ਜਾਣ ਸਕਾਂ। ਬਸ ਇਹਨਾਂ ਸਵਾਦਾਂ ਦੇ ਬਾਰੇ ਜਾਣ ਸਕਾਂ, ਇਹ ਕੀ ਨੇ, ਇਹਨਾਂ ਨੂੰ ਨਖੇੜ ਕੇ ਵੇਖਣਾ, ਇਹ ਇੱਕ ਪਰਮ ਪੁਰਸ਼ ਦੀ ਪਹਿਚਾਣ ਹੁੰਦੀ ਹੈ। ਵੈਸੇ ਦੱਸਦੇ ਨੇ 4 ਪ੍ਰਕਾਰ ਦੇ ਮਨੁੱਖ ਹੁੰਦੇ ਨੇ। ਇਹ ਪਹਿਲੇ ਤੇ ਉਹ ਨੇ ਜਿਹੜੇ ਕਹਿੰਦੇ ਮੇਰਾ ਮੇਰਾ ਹੈ, ਦੂਜੇ ਦਾ ਵੀ ਮੇਰਾ ਹੈ। ਪਹਿਲੇ ਤੇ ਉਹ ਨੇ। ਦੂਜੇ ਤਰੀਕੇ ਦੇ ਉਹ ਮਨੁੱਖ ਹੁੰਦੇ ਨੇ ਜਿਹੜੇ ਕਹਿੰਦੇ ਮੇਰਾ ਮੇਰਾ ਹੈ, ਤੇਰਾ ਤੇਰਾ ਹੈ। ਇਹ ਥੋੜੇ ਜਿਹੇ ਠੀਕ ਹੁੰਦੇ ਨੇ। ਤੀਜੇ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਮੇਰਾ ਵੀ ਹੈ, ਜੋ ਕੁਝ ਮੇਰਾ ਹੈ ਉਹ ਤੇਰਾ ਵੀ ਹੈ। ਇਹਨਾਂ ਨੂੰ ਸੰਤ ਕਹਿੰਦੇ ਨੇ। ਚੌਥੇ ਪ੍ਰਕਾਰ ਦੇ ਉਹ ਹੁੰਦੇ ਨੇ
ਜਿਹੜੇ ਅਸਲ ਦੇ ਵਿੱਚ ਕਹਿੰਦੇ ਨੇ ਨਾ ਮੇਰਾ ਹੈ ਨਾ ਤੇਰਾ ਹੈ, ਸਭ ਬ੍ਰਹਮੀ ਹੈ, ਉਹਨਾਂ ਨੂੰ ਹੰਸ ਕਹਿੰਦੇ ਨੇ, ਉਹ ਅਲੱਗ ਹੁੰਦੇ ਨੇ। ਉਹ ਜਿਹੜੇ ਸੱਚ ਦੇ ਜਾਣਕਾਰ ਪੂਰੇ ਹੋ ਜਾਂਦੇ ਨੇ। ਇਸ ਕਰਕੇ ਅੱਜ ਦੀ ਵਿਚਾਰ ਸੱਚ ਦੇ ਉੱਤੇ ਆਸ਼ਰਿਤ ਹੈ। ਪਹਿਲਾ ਤੇ ਸਵਾਲ ਇਹ ਹੈ, ਸੱਚ ਕੀ ਹੈ? ਇਹਨੂੰ ਬਾਣੀ ਕਹਿੰਦੀ ਸੱਚ ਸਤ ਸੁਹਾਣ ਸਦਾ ਮਨ ਚਾਓ। ਜਿਹੜਾ ਸੱਚਿਦਾਨੰਦ ਸ਼ਬਦ ਹੈ ਨਾ, ਹਮੇਸ਼ਾ ਹੀ ਆਨੰਦ। ਜਿੱਥੇ ਕੱਪੜ ਪੱਟ ਪਰਮੇਸ਼ਰ ਸ਼ਬਦ ਆਉਂਦਾ ਹੈ ਗੁਰਬਾਣੀ ਦੇ ਵਿੱਚ, ਉੱਥੇ ਸੱਚੇ ਪਾਤਸ਼ਾਹ ਇਹ ਕਹਿੰਦੇ ਨੇ, ਜਿਵੇਂ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਉਹ ਸੱਚ ਦੀ ਗੱਲ ਕਰਦੇ ਨੇ। ਉਹ ਵੈਸੇ ਉਹ ਮੰਜ਼ਿਲ ਦੀ ਗੱਲ ਕਰ ਰਹੇ ਨੇ, ਜਦੋਂ ਮਨੁੱਖ ਸੱਚ ਦੇ ਵਿੱਚ ਪਹੁੰਚ ਜਾਂਦਾ ਹੈ। ਪਰ ਅਸੀਂ ਗੱਲ ਕਰ ਰਹੇ ਹਾਂ ਸੱਚ ਕੀ ਹੈ। ਜੋ ਕੁਝ ਇਹਨਾਂ ਅੱਖਾਂ ਦੇ ਨਾਲ ਵਿਖ ਰਿਹਾ ਹੈ ਉਹ ਸੱਚ ਨਹੀਂ ਹੈ। ਕਿਉਂ? ਇਹਦਾ ਕਾਰਨ ਹੈ ਕਿਉਂਕਿ ਜੋ ਵੇਖ ਰਿਹਾ ਹੈ ਉਹ ਵੀ ਸੱਚ ਨਹੀਂ ਹੈ। ਅਸਲ ਦੇ ਵਿੱਚ ਜੋ ਵੇਖ ਰਿਹਾ ਹੈ ਉਹ ਵੀ ਸੱਚ ਨਹੀਂ। ਅੱਖਾਂ ਸੱਚ ਨਹੀਂ ਹਨ। ਫਿਰ ਜੇ ਅੱਖਾਂ ਹੀ ਸੱਚ ਨਹੀਂ ਨੇ, ਫਿਰ ਵੇਖੇ ਜੋ ਕੁਝ ਵੇਖਣਗੇ ਸੱਚ ਕਿਵੇਂ ਹੋਏਗਾ? ਇਹਦੇ ਵਾਸਤੇ ਉਦਾਹਰਣ ਪਹਿਲੀ ਤੇ ਇਹ ਹੈ ਸਾਡੇ ਸਰੀਰ ਦੀ। ਸਰੀਰ ਤੋਂ ਅਸੀਂ ਹਿਸਾਬ ਲਗਾ ਸਕਦੇ ਹਾਂ ਸਰੀਰ ਨੂੰ ਕਿੰਨਾ ਪਾਲਣ ਦਾ ਯਤਨ ਕੀਤਾ ਹੈ, ਪਰ ਇਹ ਸੱਚ ਨਹੀਂ ਹੋਇਆ, ਇਹ ਬਦਲ ਗਿਆ। ਫਿਰ ਜੋ ਬਦਲਦਾ ਹੈ ਉਹ ਵਿਨਾਸ਼ ਹੋ ਜਾਂਦਾ ਹੈ। ਅਸਲ ਜਿਹੜੀ ਚੀਜ਼ ਲੇਖੇ ਵਿੱਚ ਹੁੰਦੀ ਹੈ ਨਾ, ਲੇਖੇ ਹੋਏ ਵਿਨਾਸ਼। ਜਿਹੜੀ ਚੀਜ਼ ਕਾਊਂਟਿੰਗ ਦੇ ਵਿੱਚ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਤਾਂ ਹੀ ਕਰਕੇ ਪਰਮਾਤਮਾ ਬੇਅੰਤ ਹੈ, ਕਾਊਂਟਿੰਗ ਹੀ ਨਹੀਂ ਹੈ। ਜਿਹੜੀ ਚੀਜ਼ ਗਿਣਤੀ ਦੇ ਵਿੱਚ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਅਸੀਂ ਕਹਿ ਸਕਦੇ ਹਾਂ ਮੇਰੇ ਘਰ ਦੇ ਵਿੱਚ 100 ਕਿਲੋ ਚੌਲ ਨੇ, ਅੱਜ 80 ਰਹਿ ਗਏ ਨੇ, ਅੱਜ 60 ਰਹਿ ਗਏ ਨੇ। ਗਿਣਤੀ ਹੈ ਨਾ, ਸੋ ਗਿਣਤੀ ਹੈ ਤੇ ਖਤਮ ਹੋ ਜਾਏਗਾ। ਇਹ ਸਰੀਰ ਹੈ ਜਿਹਦਾ, ਇਹਦੀ ਗਿਣਤੀ ਹੈ। 1 ਸਾਲ ਦਾ ਹੈ, 2 ਸਾਲ ਦਾ ਹੈ, 3 ਸਾਲ ਦਾ ਹੈ। ਸਵਾਸਾਂ ਦੀ ਵੀ ਗਿਣਤੀ ਹੈ। ਫਿਰ ਇੱਕ ਦਿਨ ਖਤਮ ਹੋ ਜਾਏਗਾ। ਇਹ ਸੱਚ ਨਹੀਂ ਹੈ। ਇੱਥੋਂ ਤੇ ਇਹ ਪਤਾ ਲੱਗ ਗਿਆ। ਫਿਰ ਜੇ ਸੱਚ ਨਹੀਂ ਹੈ, ਮਨੁੱਖ ਰੋਜ਼ ਰੋਜ਼ ਯਤਨ ਤੇ ਇਹ ਕਰ ਰਿਹਾ ਸਭ ਕੁਝ ਸੱਚ ਹੀ ਹੈ, ਤਾਂ ਹੀ ਤੇ ਯਤਨ ਕਰ ਰਿਹਾ। ਮਨੁੱਖ ਦੀ ਪਕੜ ਇੰਨੀ ਹੈ ਇਸ ਦੁਨੀਆ ਤੇ, ਕਹਿੰਦਾ ਸੱਚ ਹੈ ਸਭ ਕੁਝ। ਮੈਂ ਆਪ ਜੀ ਦੇ ਸਾਹਮਣੇ ਇੱਕ ਹੋਰ ਬੇਨਤੀ ਕਰਾਂ। ਕਈ ਮਨੁੱਖ ਐਸੇ ਨੇ ਜਿਹੜੇ ਵੱਡੇ ਮਹੱਲਾਂ ਵਿੱਚ ਰਹਿੰਦੇ ਆ ਵੀ ਸੱਚ ਨਾਲ ਜੁੜੇ ਰਹੇ ਨੇ। ਸੱਚ ਨੂੰ ਹਮੇਸ਼ਾ ਜਿਨ੍ਹਾਂ ਨੇ ਯਾਦ ਰੱਖਿਆ, ਦੁਨੀਆ ਦੇ ਇਸ ਨਾਟਕਾਂ ਦੇ ਵਿੱਚ, ਇਹਨਾਂ ਰੰਗਾਂ ਦੇ ਵਿੱਚ ਵੀ ਸੱਚ ਨਹੀਂ ਭੁੱਲੇ। ਕਈ ਐਸੇ ਨੇ ਛੋਟਿਆਂ ਜਿਹਾ ਰੰਗਾਂ ਵਿੱਚ ਹੀ ਸੱਚ ਵਿਸਾਰ ਦਿੱਤਾ। ਇਹਦੇ ਵਾਸਤੇ ਇੱਕ ਉਦਾਹਰਣ ਹੁੰਦੀ ਹੈ ਰਾਜੇ ਜਨਕ ਦੀ। ਰਾਜੇ ਜਨਕ ਦੇ ਦਰਬਾਰ ਦੇ ਵਿੱਚ ਇੱਕ ਮਨੁੱਖ ਆਇਆ। ਉਹ ਉਹਨੂੰ ਸਵਾਲ ਹੀ ਕਰਦਾ ਹੈ ਰਾਜੇ ਜਨਕ ਨੂੰ, ਕਹਿੰਦੇ ਲੋਕੀ ਤੈਨੂੰ ਵੱਡਾ ਭਗਤ ਕਹਿੰਦੇ ਨੇ, ਮੈਂ ਤੇ ਨਹੀਂ ਮੰਨਦਾ। ਤੂੰ ਸੱਚ ਨਾਲ ਕਿਵੇਂ ਜੁੜਿਆ ਰਹਿਣਾ? ਬੜਾ ਔਖਾ ਹੈ ਸੱਚ ਨਾਲ ਜੁੜਨਾ, ਕਿਉਂਕਿ ਦੁਨੀਆ ਤੇ ਕਈ ਵਾਰੀ ਤੇ ਮਨ ਹੈ ਜਿਹੜਾ ਸਵਾਦਾਂ ਕਰਕੇ ਬਾਹਰ ਭੱਜ ਜਾਂਦਾ ਹੈ। ਕਈ ਰੂਪ ਅੱਖਾਂ ਨੇ ਐਸੇ ਵੇਖੇ ਨੇ, ਉਹਨਾਂ ਨੂੰ ਬਾਰ-ਬਾਰ ਚੇਤੇ ਕਰੀਆਂ ਜਾਂਦੀਆਂ ਨੇ ਅੱਖਾਂ ਬਾਰ-ਬਾਰ। ਕੁਝ ਗੱਲਾਂ ਐਸੀਆਂ ਨੇ ਕਿਸੇ ਦੀਆਂ ਸੁਣੀਆਂ ਨੇ, ਉਹ ਬਾਰ-ਬਾਰ ਸੱਟ ਮਾਰਦੀਆਂ ਰਹਿੰਦੀਆਂ ਨੇ ਕਈ ਗੱਲਾਂ। ਹੁਣ ਉਹ ਗੱਲਾਂ ਜਿਹੜੀਆਂ ਨੇ ਕਿਸੇ ਦੀ ਨਿੰਦਾ ਦੀਆਂ, ਕਿਸੇ ਦੀ ਚੁਗਲੀ ਦੀਆਂ, ਬਾਰ-ਬਾਰ ਜਿਹੜੀ ਚੇਤਨਾ ਹੈ ਉਹਨੂੰ ਵਿਚਲਿਤ ਕਰਦੀਆਂ ਰਹਿੰਦੀਆਂ ਨੇ। ਸੱਚ ਵਿੱਚ ਜੋੜੀ ਨਹੀਂ ਪਾਉਂਦੀ, ਧਿਆਨ ਵਿੱਚ ਜਾ ਹੀ ਨਹੀਂ ਪਾਉਂਦੀ। ਹੁਣ ਅਸਲ ਦੇ ਵਿੱਚ ਇਹ ਗੱਲ ਉਹਨੇ ਕੀਤੀ, ਕਿਵੇਂ ਜੁੜੇ ਰਹਿੰਦੇ ਹੋ? ਰਾਜਾ ਜਨਕ ਕਹਿੰਦਾ ਇਹਦਾ ਜਵਾਬ ਫਿਰ ਕੱਲ੍ਹ ਨੂੰ ਤੈਨੂੰ ਦਿਆਂਗੇ, ਅੱਜ ਤੇ ਨਹੀਂ ਮਿਲਣਾ, ਕੱਲ੍ਹ ਨੂੰ ਦੇ ਦਿਓ। ਕੱਲ੍ਹ ਨੂੰ ਉਸਨੇ ਰਾਜੇ ਜਨਕ ਨੇ ਇੱਕ ਵੱਡਾ ਸਾਰਾ ਮਹਿਲ ਤਿਆਰ ਕਰਾਇਆ। ਉਹਦੇ ਵਿੱਚ ਨਿਰਤਕੀਆਂ ਜਿਹੜੀਆਂ ਨੱਚਣ ਵਾਲੀਆਂ ਨੇ ਉਹ ਬੁਲਾ ਲਈਆਂ। ਉਹਨਾਂ ਨੂੰ ਕਿਹਾ ਤੁਸੀਂ ਨੱਚੋ। ਸਾਧੂ ਵੀ ਉੱਥੇ ਬੈਠਾ ਜਿਹੜਾ ਪੁੱਛਣ ਆਇਆ ਸੱਚ ਨਾਲ ਕਿਵੇਂ ਜੁੜੇ ਰਹਿੰਦੇ ਹੋ। ਉਹ ਸਾਧੂ ਨੂੰ ਕਹਿੰਦਾ, ਉਹਨੇ ਸਿਪਾਹੀ ਬੁਲਾਏ, ਉਹਦੇ ਹੱਥ ਦੇ ਵਿੱਚ ਛੋਟੇ ਜਿਹੇ ਬਾਟੇ ਦੇ ਵਿੱਚ ਤੇਲ ਫੜਾ ਦਿੱਤਾ ਤੇ ਕੋਲ 4 ਸਿਪਾਹੀ ਖੜੇ ਕਰ ਦਿੱਤੇ ਨੰਗੀਆਂ ਤਲਵਾਰਾਂ ਲੈ ਕੇ। ਕਹਿੰਦੇ ਜੇ ਇਹਦੇ ਵਿੱਚੋਂ ਇੱਕ ਬੂੰਦ ਵੀ ਤੇਲ ਦੀ ਡਿੱਗ ਗਈ ਤੇ ਸਿਪਾਹੀ ਤੇਰੇ 4 ਟੋਟੇ ਕਰ ਦੇਣਗੇ ਨਾਲੋਂ ਨਾਲ। ਨਾਲ ਹੀ ਉਹਨੇ ਕਿਰਪਾਨਾਂ ਫੜੀਆਂ ਨੇ, ਹੱਥ ਵਿੱਚ ਤੇਲ ਫੜਿਆ। ਸਾਰਾ ਦਿਨ ਘੁੰਮਦਾ ਰਿਹਾ, ਨੱਚਣ ਵਾਲੀਆਂ ਨੱਚ ਰਹੀਆਂ ਨੇ।
ਹੁਣ ਸ਼ਾਮ ਨੂੰ ਰਾਜਾ ਪੁੱਛਦਾ, ਕਹਿੰਦੇ ਤੈਨੂੰ ਸਵਾਲ ਦਾ ਜਵਾਬ ਮਿਲ ਗਿਆ? ਕਹਿੰਦੇ ਮਿਲ ਗਿਆ। ਹੁਣ ਤੇ ਦੱਸਣ ਦੀ ਲੋੜ ਨਹੀਂ, ਮਿਲ ਹੀ ਗਿਆ। ਕਹਿੰਦੇ ਅੱਜ ਪਹਿਲਾ ਦਿਨ ਹੈ ਜਿਸ ਨੇ ਮੈਨੂੰ ਇੱਕ ਚੀਜ਼ ਨਾਲ ਜੋੜੀ ਰੱਖਿਆ। ਇੱਕ ਚੀਜ਼ ਨਾਲ ਕੀ? ਬਸ ਤੇਲ ਨਹੀਂ ਡੁੱਲਣਾ ਚਾਹੀਦਾ, ਬਾਕੀ ਜੋ ਮਰਜ਼ੀ ਹੁੰਦਾ ਰਹੇ ਕੋਲ, ਤੇਲ ਨਹੀਂ ਡੁੱਲਣਾ ਚਾਹੀਦਾ। ਕਾਰਨ? ਇਹਦਾ ਕਾਰਨ ਕੀ ਹੈ? ਕਹਿੰਦੇ ਇਸ ਦਾ ਕਾਰਨ ਹੈ ਕੋਲ ਖੜੇ ਸਿਪਾਹੀ। ਮੈਨੂੰ ਪਤਾ ਹੈ ਨਾਲੋਂ ਨਾਲ ਇਹਨਾਂ ਮੈਨੂੰ ਮਾਰ ਦੇਣਾ। ਇਹ ਮੇਰਾ ਇਹ ਜਿਹੜਾ ਡਰ ਹੈ, ਇਸ ਡਰ ਨੇ ਮੈਨੂੰ ਇਹਦੇ ਨਾਲ ਜੋੜੀ ਰੱਖਿਆ। ਕਿਹਦੇ ਨਾਲ? ਵੀ ਤੇਲ ਨਹੀਂ ਡੋਲਣਾ, ਮੈਂ ਡੋਲਣ ਤਾਂ ਨਹੀਂ ਦਿੱਤਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕਹਿੰਦੇ ਅਸਲ ਦੇ ਵਿੱਚ ਜੇ ਮੈਨੂੰ ਪਤਾ ਹੁੰਦਾ ਮੇਰੇ ਕੋਲ ਜਿਹੜੇ ਤਿਲ ਨੇ, ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਕਿਤੇ ਮੈਨੂੰ ਪਤਾ ਹੁੰਦਾ ਇਹ ਸਵਾਸ ਥੋੜੇ ਨੇ, ਮੈਂ ਵੇਖ ਵੇਖ ਕੇ ਇਹਨਾਂ ਨੂੰ ਵਰਤਦਾ। ਕਹਿੰਦੇ ਪਰ ਅਸਲ ਦੇ ਵਿੱਚ ਮਨੁੱਖ ਕੋਲ ਸਵਾਸ ਵੀ ਥੋੜੇ ਨੇ, ਇਹਦਾ ਸਰੀਰ ਦਾ ਵੀ ਕੋਈ ਪਤਾ ਨਹੀਂ ਹੈ, ਪਰ ਇਹ ਅਵੇਸਲਾ ਹੈ। ਕਿਉਂ? ਇਹਦੇ ਤੇ ਡਰ ਨਹੀਂ ਹੈ। ਜਦੋਂ ਤਾਈਂ ਇਸ ਤੇ ਡਰ ਨਹੀਂ ਹੋਏਗਾ, ਕਿਹਦਾ? ਮੌਤ ਦਾ ਜਾਂ ਪਰਮਾਤਮਾ ਦਾ, ਉਦੋਂ ਤਾਈਂ ਇਹ ਸੱਚ ਨਾਲ ਜੁੜ ਹੀ ਨਹੀਂ ਸਕਦਾ। ਸੱਚਾਈ ਇਹ ਹੈ, ਸੱਚ ਨਾਲ ਜੁੜੇਗਾ ਹੀ ਉਹ, ਪਰਮੇਸ਼ਰ ਨਾਲ ਜੁੜੇਗਾ ਹੀ ਉਹ, ਜਿਹਨੂੰ ਜਾਂ ਤੇ ਮੌਤ ਦਾ ਡਰ ਹੈ ਜਾਂ ਪਰਮੇਸ਼ਰ ਦਾ ਹੀ ਡਰ ਹੈ। ਵੈਸੇ ਸਿਆਣੇ ਵਿਦਵਾਨ ਕਹਿੰਦੇ ਨੇ ਪਰਮਾਤਮਾ ਦਾ ਡਰ ਮੌਤ ਤੋਂ ਡਰ ਤੋਂ ਹੀ ਆਉਂਦਾ ਹੈ, ਉਸ ਤੋਂ ਪਹਿਲਾਂ ਨਹੀਂ ਆਉਂਦਾ। ਇਸ ਕਰਕੇ ਉਹ ਸਾਧੂ ਕਹਿੰਦਾ ਹੈ ਇਸ ਮੌਤ ਦੇ ਡਰ ਨੇ ਮੇਰੀ ਹੋਂਦ ਸਮਾਪਤ ਹੋ ਜਾਏਗੀ, ਇਸ ਡਰ ਨੇ ਮੈਨੂੰ ਅੱਜ ਇਹ ਤੇਲ ਨਹੀਂ ਡੁੱਲਣ ਦਿੱਤਾ। ਇਹ ਜਿਹੜੇ ਸਵਾਸ ਨੇ ਅਜਾਈ ਜਾ ਰਹੇ ਨੇ, ਜੇ ਕਿਤੇ ਮਨੁੱਖ ਨੂੰ ਪਤਾ ਲੱਗ ਜਾਏ ਮੇਰੇ ਸਵਾਸ ਪਤਾ ਨਹੀਂ ਕਦੋਂ ਖਤਮ ਹੋ ਜਾਣੇ ਨੇ, ਇੱਕੋ ਦਮ ਸੱਚ ਦੀ ਸੰਗਤ ਕਰੇਗਾ। ਇੱਕੋ ਦਮ ਜੋ ਸਤ ਸੰਗਤ ਨਹੀਂ ਕਰਦਾ, ਵੈਸੇ ਤੇ ਨਾ ਕਰਨ ਵਾਲੀ ਤੇ ਗੱਲ ਹੀ ਨਹੀਂ। ਬਾਣੀ ਦੂਜੀ ਵਿਧਾਨ ਇਹ ਗੱਲ ਕਹਿੰਦੀ ਹੈ ਉਸ ਦੇ ਕਰਮ ਨਹੀਂ ਹਨ ਇੰਨੇ, ਤਾਂ ਉਹ ਸੰਗਤ ਵਿੱਚ ਨਹੀਂ ਆ ਰਿਹਾ। ਇਸ ਕਰਕੇ ਮਨੁੱਖ ਜਿਸ ਸੱਚਾਈ ਨਾਲ ਨਹੀਂ ਜੁੜ ਰਿਹਾ, ਇਸ ਦਾ ਮਤਲਬ ਇਹ ਹੈ ਹਜੇ ਉਸ ਨੂੰ ਡਰ ਨਹੀਂ ਹੈ। ਬਾਣੀ ਕਹਿੰਦੀ ਭੈ ਭਾਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਦੋਂ ਡਰ ਪੈਂਦਾ ਹੈ ਪਰਮਾਤਮਾ ਦਾ, ਲੋਭ ਕੌਣ ਕਰੇਗਾ ਫਿਰ? ਜਿਹਨੂੰ ਮੌਤ ਦਾ ਡਰ ਪੈ ਗਿਆ, ਜਿਸ ਨੂੰ ਇਹ ਪਤਾ ਹੀ ਲੱਗ ਗਿਆ ਇੱਥੇ ਸਦਾ ਨਹੀਂ ਰਹਿਣਾ, ਸਦੀਵੀ ਹੋਂਦ ਨਹੀਂ ਹੈ, ਕਿਉਂਕਿ ਸਰੀਰ ਤੋਂ ਪਤਾ ਲੱਗ ਗਿਆ ਸਦੀਵੀ ਨਹੀਂ ਹੈ, ਇਹ ਬਦਲਦਾ ਹੈ। ਇਸ ਕਰਕੇ ਜੋ ਕੁਝ ਬਦਲ ਜਾਂਦਾ ਹੈ ਉਹ ਸੱਚ ਨਹੀਂ ਹੈ। ਸੱਚ ਉਹ ਹੈ ਜੋ ਬਦਲਦਾ ਨਹੀਂ ਹੈ। ਹੁਣ ਗੁਰਬਾਣੀ ਦੇ ਵਿੱਚ ਇਹਦੇ ਪ੍ਰਮਾਣ ਨੇ। ਬਦਲਦਾ ਕੀ ਨਹੀਂ ਹੈ? ਬਦਲਦਾ ਨਹੀਂ ਹੈ ਪਰਮੇਸ਼ਰ ਦਾ ਸੁਭਾਅ, ਸੱਚ ਦਾ ਸੁਭਾਅ। ਜੈਸਾ ਸੱਚ ਦਾ ਸੁਭਾਅ ਸਤਯੁਗ ਵਿੱਚ ਸੀ, ਅੱਜ ਵੀ ਵੈਸਾ ਹੀ ਹੈ, ਸੱਚ ਨਹੀਂ ਬਦਲਿਆ। ਸੁਭਾਅ ਪਰਮਾਤਮਾ ਦਾ ਜੈਸਾ ਹੈ ਵੈਸਾ ਹੀ ਹੈ, ਕਿਉਂਕਿ ਪਰਮਾਤਮਾ ਹੀ ਸੱਚ ਹੈ। ਦੁਨੀਆ ਬਦਲ ਜਾਂਦੀ ਹੈ, ਸੁਭਾਅ ਬਦਲ ਜਾਂਦੇ ਨੇ, ਬਦਲ ਜਾਂਦਾ ਹੈ ਸੁਭਾਅ ਪਰਿਸਥਿਤੀਆਂ ਦੇ ਕਾਰਨ। ਕਈ ਵਾਰੀ ਮਨੁੱਖ ਦੇ ਕੋਲ ਕੰਡੀਸ਼ਨਾਂ ਹੀ ਐਸੀਆਂ ਆ ਜਾਂਦੀਆਂ ਨੇ, ਬਦਲਣਾ ਪੈਂਦਾ ਹੈ। ਮਨੁੱਖ ਨੂੰ ਬਦਲਾ ਦਿੰਦੀਆਂ ਨੇ। ਜਿਹੜਾ ਮਨੁੱਖ ਅੱਜ ਬਿਲਕੁਲ ਇਮਾਨਦਾਰ ਹੈ, ਹੋ ਸਕਦਾ ਕਈ ਵਾਰੀ ਕੋਈ ਐਸੀ ਪਰਿਸਥਿਤੀ ਉਹਦੇ ਸਾਹਮਣੇ ਆ ਜਾਏ ਉਹਨੂੰ ਬੇਈਮਾਨ ਹੋਣਾ ਪੈ ਜਾਏ, ਹੋ ਸਕਦਾ ਹੈ। ਮਨ ਸਥਿਰ ਨਹੀਂ ਹੈ। ਤਾਂ ਬਾਣੀ ਕਹਿੰਦੀ ਡਗਮਗ ਛਾੜ ਰੇ ਮਨ ਬੌਰਾ। ਡਗਮਗ ਛੱਡ, ਮਨ ਤੇ ਡੋਲਦਾ ਹੈ ਰੋਜ਼। ਇਹਦੇ ਡੋਲਣ ਦਾ ਕਾਰਨ ਕੀ ਹੈ? ਇਹਨੂੰ ਸੱਚ ਦਾ ਗਿਆਨ ਨਹੀਂ ਹੈ ਤਾਂ ਡੋਲਦਾ, ਉਵੇਂ ਨਹੀਂ ਡੋਲੇਗਾ। ਇਹਨੂੰ ਮੌਤ ਦਾ ਗਿਆਨ ਨਹੀਂ ਹੈ, ਇਸ ਨੂੰ ਆਪਣੀ ਮੌਤ ਚੇਤੇ ਨਹੀਂ ਹੈ, ਤਾਂ ਇਹਨੂੰ ਸੱਚਾਈ ਦਾ ਨਹੀਂ ਪਤਾ। ਹੁਣ ਇਸ ਕਰਕੇ ਜਿਹੜਾ ਸੱਚ ਹੈ ਉਹ ਬਦਲਦਾ ਨਹੀਂ ਹੈ। ਪਰਮਾਤਮਾ ਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਜੁਗਾਂ ਜੁਗਾਂ ਤੋਂ ਭਗਤਾਂ ਦੀ ਪੈਜ ਰੱਖਦਾ ਆਇਆ, ਅੱਜ ਵੀ ਰੱਖ ਰਿਹਾ। ਸਤਿਯੁਗ ਵਿੱਚ ਵੀ ਰੱਖੀ ਹੈ। ਦੋਵੇਂ ਗੱਲਾਂ ਸਾਡੇ ਸਾਹਮਣੇ ਨੇ। ਸਤਿਯੁਗ ਦੇ ਵਿੱਚ ਜ਼ਿਕਰ ਆਉਂਦਾ ਹੈ ਹਰਨਾਕਸ਼ ਤੇ ਭਗਤ ਪ੍ਰਹਿਲਾਦ ਦਾ। ਹੁਣ ਉਸ ਸਮੇਂ ਸਾਨੂੰ ਵੀ ਯਾਦ ਨਹੀਂ ਹੈ ਕਦੋਂ ਇਹ ਘਟਨਾਵਾਂ ਵਾਪਰੀਆਂ ਨੇ, ਕੋਈ ਪਤਾ ਨਹੀਂ।
पर परमात्मा ने उदों भी उन्हों की पैज रखी है, मतलब परमात्मा सच नहीं बदलता, उहदा सुभाव नहीं बदलता। हुण बाणी कहती है हर जुग जुग भगत उपाया, पैज रखदा आया राम राज। जुग जुग आद सच जुगाद सच, सच नहीं बदलता, सच का सुभाव ही नहीं बदलता, परमात्मा का सुभाव नहीं बदलता। उन्हें सतयुग दे विच भी भगत की पैज रखी है। अज कलयुग दे विच रविदास ढवंता ढोर नीत तिन त्यागी माया, भगत रविदास जी की पैज रखी है, नामदेव जी की रखी है। हुण उस पंक्ति दोवें जी कराउंदे ने, हर जुग जुग भगत उपाया, पैज रखदा आया राम राजे। हरनाखस दुष्ट हर मारिया, प्रहलाद तराया। हुण ये तो हो गया सतयुग का उदाहरण, हुण कलयुग का उदाहरण अगे है। अहंकारियां निंदकां पिठ दे, नाम देओ मुख लाया। जन नानक ऐसा हर सेविया, अंत ले छड़ाया। ऐसा हरि की सेवा की जेड़ा मैनू छड़ा लेगा किन्हां तो, बंधना तो। हुण मनुख सच दे विच नहीं जुड़ पा रहा, कारण की है? सच की है? परमात्मा जो हमेशा ही है, वो सारे बन्ने ही है, पर उसका विखना ना विखना ये डिपेंड करता है मनुख की चेतनता पे। इस करके बाणी ये कहती है परमात्मा नूं मिलन दे लई किहड़ा शिंगार किया जाए? सच नूं मिलन दे लई कवण सो अखर कवण गुण, कवण सो मणिया मंत। किहड़ा मैं वेस करा, किहड़ा मैं मंत्र जपां जिस दे नाल परमात्मा मिल जाए? उस दे विच ही जवाब है इस चीज़ का। वो कहंदे ने निवण सो अखर खवण गुण, जेबा मणिया मंत। ए त्रै भैणे वेस कर, तां वस आवी कंत। ये तीन चीज़ां मनुख कर लवे, परमात्मा दे बाणी ते गल कहंदी है वस विच आ जाएगा। मिलन की तो गल ही नहीं की, कहंदे वस विच ही आ जाएगा। फिर जो तू कहेगा वो परमात्मा करेगा। ऐसा तरीका। पहली गल केड़ी कही है? निवण, नीवें रहना, निमरता विच रहना। निमरता विच रहना ही सब तो वड्डा गुण है। जे निमरता कोल है, निमरता का मतलब जो परमेश्वर कर रहा है वो ठीक कर रहा है, निमरता। कोई गल नहीं, जो वो करेगा वो सही इंसाफ करेगा। खवण गुण सहारना, उस दे कीते होए नूं मनना। मैं कल भी ये बेनती की सी, एक दरिया के कंढे ते सहारन की गल। एक दरिया के कंढे ते एक फकीर नूं चीते ने वड वड के सुट दिता। खून उहदे चल रहा है, लोकी उहनूं कहंदे ने, वो उत्थे बैठा रहिंदा सी, मलम पट्टी माड़ी मोटी कर लेना। तू परमात्मा की अरदास कर कि तू परमात्मा तो नाराज नहीं है, तेनू इन्ना दुख दिता है। कहंदे असल दे विच मैं परमात्मा तो नाराज नहीं हाँ। क्यों? क्योंकि मैं दुखों में जी रहा, पापां में नहीं। पापां में जीना परेशानी है, दुख तो आउंदे रहिंदे ने। दुखों का की है? शरीर के तौर पर कदी माया हुंदी है, कदी नहीं हुंदी। शरीर के तौर पर असी बीमारी की अवस्था तो याद रखते हैं। 10 सालों जे एक बारी बीमार हो भी गए हैं तो जेडे 9 साल असी ठीक रहे हैं वो कित्थे जाणगे? 10 सालों जे एक बारी बीमारी आ भी गई है, जे 25 सालों एक बारी 4 दिन बीमार हो भी गए हैं तो जेडे 24 साल ठीक रहे हैं वो किहड़े खाते जाणगे? वो तो भुल गए नालों नाल। परमात्मा की वो दात कित्थे गई? तेनू 25 साल उन्हें ठीक ही रखे है, बीमार होया ही नहीं। और हुण भी जिहड़ी बीमारी है ये तेरी ही बनाई हुई है। परमात्मा ने क्यों? परमात्मा ने तो शरीर ठीक दिता सी, तेनू बचपन तो लैके ठीक दिता सी। तेरियां आदतां ने, मनुख दियां आदतां ने शरीर नू बीमार करना है। और बाहरों शरीर बीमार कौन कर देगा? इन्हें किते ना किते कुछ ऐसा खा पी लिया जिहड़ा शरीर नू बीमार करे।
किहदे मगर लग के? जीव मगर लग के। जीव दे पिछे लगी कौन है? बुद्धि लग गई है। जिन्हें जीव नूं असल दे विच ऑर्डर देना सी, वो बुद्धि ही स्वादा मगर लग गई है। ले ले को चुंगै नित पेड़, माया दे मगर लग गई है बुद्धि। जिन्हें दसना सी इन्हां इंद्रियां नूं ये ठीक है ये गलत है, ये दस नहीं पा रही, अखां दे मगर लग गई है। जो अखां कहंदियां ने मन जांदी है। अखां दे कहे होए ते विचार नहीं कर रही, इनू कहते हैं निर्मल मत। इस करके बार बार कहा जाता है गुरमत दे पांधी बनो भाई, गुरु दी मत लो, गुरु तो सीखो। गुरु की कहते हैं दुनिया बारे? हुण गुरु बारे पता कित्थों लगे? गुरु दी बाणी तो। जे कोई श्रवण करेगा तो पता लगेगा, उमें की पता लगेगा? इस करके कहा जाता है गुरमत दे पांधी बनो। गुर मिल चज आचार सिख, तुद कदे ना लगे दुख, तेनू दुख लगना ही नहीं है। किड्डी वड्डी गल। जे गुरमत दा पांधी बन जाएगा दुख लगेगा ही नहीं। चज आचार सिख लै। गुरु तो ए सिख खाना किन्ना है, गुरु तो ए सिख मगर किहदे लगना है? मत दे लगना है, मन दे लगना है, किहदे लगना है? पता तो लगे ना, ये गुरु दसेगा। जे गुरु नूं श्रवण ही नहीं करांगे फिर पता भी कित्थों लगना? फिर तो अपनी मत दे पिछे चल पे। और अपनी मत दे मगर चलना ही मनमुखताई है। और जिहड़ा मनमुख हुंदा है, बाणी कहंदी है बार बार दुखी रहिंदा है, उन्होंने दुख सुख व्यापरते रहंदे ने, भगत आनंद में चला जाता। सो विचार ये है सच। सच परमात्मा है। परमात्मा फिर किहड़े रूप में सच है? कोई बंदा तो नहीं है परमात्मा, ये तो गल याद रखना। परमात्मा ये तो नहीं है जिहड़ा हथ करके विखा दईए वो परमात्मा है, एवें नहीं है। वो है सारी थई है, पर एवें नहीं है उंगल करके विखा दी वो परां बैठा है, उत्तर विच बैठा है, दक्षिण विच बैठा है, नहीं। इस करके कई मेरे सवाल पूछते ने परमात्मा कित्थे है? ये सवाल ही गलत है। ये पूछना चाहिए परमात्मा कित्थे नहीं है, ये पूछो। एक अद्धा सवाल होया परमात्मा कित्थे नहीं, क्यों? ऐसी कोई जगह ही नहीं है जिथे वो नहीं है, सारी थां है। फिर जो सारी थाई है, सच सारी थई, फिर विख क्यों नहीं रहा? विखेगा किनू? अखां नूं थोड़ी ना विखना। विखना तो तेरी सुरत नूं है। उन्हें ते सुरत जिहड़ी है वो माया दे रसां विच फस चुकी है, उन्होंने हुण विखे किवें? जिवें गुरु साहब जी ने ये वास्ते उदाहरण भी दिता सी। एक मनुख गुरु साहब जी नूं पुछदा है, हे सच्चे पातशाह तुसीं कहंदे हो रब सारी थां है, फिर मैनूं विखदा क्यों नहीं है? सवाल तो यही है। तुसीं कहंदे हो घट घट मैं हर जू बसै, संतन कहो पुकार, है तो सारी थां, विखदा क्यों नहीं है? ना विखण का कारण की है? हुण दो तीन बारी पूछया गुरु साहब, थोड़ी जी होर उहदे विच उपजी है, प्रेम उपजिया, मैनूं दसो। सतगुरु जी कहंदे ने एक घड़ा लैके आओ। घड़ा लिआंदा, पानी लिआंदा गया, साफ रख दिता गया उत्थे। हुण वो पानी दे विच चंद्रमा दा अक्ष पै रहा सी, प्रतिबिंब पै रहा सी। महाराज कहंदे इहदे विच चंद्रमा वेख रहा है? कहंदे वेख रहा है। सतगुरु कहंदे मिट्टी पा दो, मिट्टी पा दो। हुण चंद्रमा वेख रहा? कहंदे हुण नहीं वेख रहा। कहंदे असल दे विच यही मनुख दी आदत है। असल दे विच इत्थों ही पता लग जाता है रब क्यों नहीं वेख रहा। कहंदे जदों हिरदा निर्मल हुंदा है, बुद्धि निर्मल हुंदी है, चारे बन्नी वेखदा है। जदों बुद्धि मैली हो गई फिर नहीं वेखदा। जे उन्होंने वेखना है मत निर्मल होनी चाहिए है। निर्मल होएगी किवें? भरिया मत पापां कै संग, ओ तो पै नावें कै रंग। और एक गल होर भी याद रखना साध संगत, जेदी मत निर्मल है उन्होंने रब वेख गया है। जिसनों हजे तई नहीं विखिया, बाणी कहती निर्मल ही नहीं है, ताई नहीं विख रहा। जिसनों रब का डर पै गया है, समझ लो निर्मल मत का पांधी है। पर जदों मनुख इन्हां भावां दे पिछे, लोभ रूपी भाव, हंकार रूपी भाव, इन्हां भावां दे मगर लग तुरदा है, फिर इन्हां दे मगर लग के इनू याद ही नहीं रहिंदा दुनिया में सच्चाई की है। सच्चाई भुलदा ही मनुख।
कुछ लोभ दे मगर लग के, लोभ तो बाद जिहड़ी चीज़ इकट्ठी कीती है उहदा हंकार हो जाता, उहदे नाल ही मोह हो जाता। इन्हां चीज़ां दे नाल मत मैली हो जाती है। मैली हुंदिया परमात्मा वेखना बंद हो गया। लोग अक्सर कह देंगे ने ये हुण जाण ही वाला है, क्यों उच्चियां उच्चियां गल्लां करदा, इहनूं ये धरती ते नहीं है, रब नहीं वेख रहा। जिवें जिवें पदार्थ वधे ने, पदार्थ वधन दे नाल हंकार वध जांदा, फिर जिहड़ा अहंकार है पदार्थां दा परमात्मा नूं नहीं वेखण दिंदा। बाणी ने हुण ये तीन तरीके दसे ने, तीन चीज़ां कहंदे ये तीन चीज़ां तूं कर लै, परमात्मा विखेगा नहीं, तेरे वस विच हो जाएगा। कमाल की गल है, विखेगा नहीं, विखण की तो गल ही दूर रह गई, तेरे वस विच ही हो जाएगा। केड़े केड़े? निवण सो अखर, खवण गुण, जेहबा मणिया मंत, ए त्रै भैणे वेस कर, तां वस आवी कंत। वस आ जाएगा। कहते एक ही काम करके दो चीज़ां छड़ दे, हिकमत हुक्म चुकाई है। चलाकी छड़ दे, हंकार छड़ दे। चलाकी ते हुक्म करने की गल छड़ दे, परमात्मा तेरे सामने ही है। असल दे विच मनुख ने परमात्मा नूं वेखना है, इहदी सुरत नहीं वेखना है। जदों सुरत ने वेख लिया, फिर इन्हां अखां थाणी जो कुछ विखेगा सच ही विखेगा, झूठ विखेगा भी नहीं। अखां वो वेखदियां ने जो मन कहता है, अखां की अपनी कोई होंद नहीं है। जिस दिन ये अंदर ये मन नहीं हुंदा, जीवात्मा नहीं हुंदी, उस दिन भी अखां खुलियां हुंदियां ने, पर वेखदियां नहीं हैं। शरीर तो एक यंत्र है, अखां अपने आप नहीं वेख रही, कोई विखाउंदा है वो वेखदियां ने। जीव अपने आप नहीं स्वाद लैंदी, कोई इनू कहंदा है ये भी खा, ये भी खा, तां ये खांदी है। जीव जीव नहीं स्वाद वास्ते कह रही मनुख नूं। जीव की वखरी होंद की है? जीव तो परमात्मा ने लगाई है, सारे जानवरों ही लगाई है। पर कमाल की यह गल वेखो, कभी तुसीं जिहड़े जानवर ने उन्होंने कई प्रकार दीयां जिहड़ियां बीमारियां नहीं लगदियां। क्यों? जानवरों दे विच परमात्मा ने ऐसी चीज़ पाई हुई है, वो अपने संजम दे विच ही रहिंदे ने जानवर। कमाल की गल है। मनुख को परमात्मा ने शक्ति दे दी है, पर यह शक्ति का कई बार दुरुपयोग कर लेंदा, संजम तो बाहर चला जाता है। वह फिर ये शरीर नूं भी परेशान करता है। संजम तो बाहर खाधा होया खाना शरीर नूं नाश कर दिंदा है। संजम तो ज़्यादा सोचिया होया दिमाग दे नाल मनुख दे अंदर दिमागी बीमारियां पैदा कर दिंदा है। संजम तो बाहर सोचिया होया, क्योंकि इन्ने सोचण की लोड़ नहीं सी मनुख नूं। जिन्ना ज़्यादा ये परेशान है, इन्नी परेशानी की जरूरत ही नहीं सी इनू। ये ज़्यादा सोच रहा है, ये सोच ही इनू परेशान कर रही है। संजम तो बाहर सोचेगा परेशान। बाणी दे विच महाराज ने कहा, बाबा होर खाना खुशी खुआर, जित खाधै तन पीड़ी है, मन में चलै विकार। विकारां नूं सद्दा दे रही है, मन दे रहा है, जीव नहीं दे रही। इस करके जीव ते कंट्रोल करने की लोड़ नहीं है, मन ते कंट्रोल होना चाहिए। जिस दिन मन ते कंट्रोल हो गया, सारे इंद्रियां ते अपने आप ही हो जाना है, क्योंकि मन तो ही सारा कुछ लेंदे ने, ये मन तो ही चलते हैं। इस करके सतगुरु जी महाराज कहते हैं, परमात्मा सच है, वो अज भी सच है, अज तो पहला भी सच सी। ये दुनिया नहीं रहेगी, वो फिर भी रहेगा। एक गल होर मैं आप जी के सामने बेनती करा, दुनिया ते सच परमात्मा है। ये दुनिया नहीं होएगी, वो तां भी रहेगा। ये दुनिया नहीं होएगी, सच तां भी रहेगा। ये मत जानना ये दुनिया है ते रब है, नहीं। रब है ते तां दुनिया है, नहीं दुनिया भी नहीं होएगी। पता नहीं कितनी बारी परमात्मा ने यह दुनिया बनाई है, साडे वर्गे कई जीव उन्हें बनाए ने। पता नहीं कितनी बारी, अरबां साल हो गए ने पृथ्वी नूं, साडे वर्गे कई मनुख इत्थे आए ने, किन्ने ही। जित आसन हम बैठे केते बैस गया। जिवें असीं कह देंगे ना, अमरीका जाइए, उत्थे घूमण जाइए किसी पार्क दे विच, ते उत्थे जिहड़ा माली होएगा वो कहेगा
ਤੁਹਾਡੇ ਵਰਗੇ ਕਈ ਇੱਥੇ ਆਉਂਦੇ ਨੇ, ਕਈ ਆਉਂਦੇ ਕਹਿੰਦੇ ਨੇ ਨਾ ਅੰਮ੍ਰਿਤਸਰ ਕਈ ਲੋਕ ਆਉਂਦੇ ਨੇ ਘੁੰਮਣ, ਕਈ ਲੋਕ ਦਰਸ਼ਨ ਕਰਨ ਆਉਂਦੇ ਨੇ, ਇੱਕ ਨਹੀਂ ਆਉਂਦਾ, ਕਈ। ਜਿਵੇਂ ਅੰਮ੍ਰਿਤਸਰ ਕਈ ਟੂਰਿਸਟ ਆਉਂਦੇ ਨੇ, ਇਹ ਧਰਤੀ ਤੇ ਵੀ ਸਾਰੇ ਟੂਰਿਸਟ ਹੀ ਨੇ। ਪਤਾ ਨਹੀਂ ਕਿੰਨੇ ਕਾਏ ਨੇ, ਪਹਿਲਾਂ ਸਾਰੇ ਟੂਰਿਸਟ ਨੇ। ਹੁਣ ਜਿਹੜਾ ਟੂਰਿਸਟ ਹੁੰਦਾ ਹੈ ਨਾ, ਜਿਹੜਾ ਹਰਿਮੰਦਰ ਸਾਹਿਬ ਅਸੀਂ ਜਾ ਰਹੇ ਹਾਂ, ਮਰਜ਼ੀ ਸਾਡੀ ਹੈ ਅਸੀਂ ਖਰੀਦਣਾ ਕੀ ਹੈ, ਕਰਨਾ ਕੀ ਹੈ, ਮਰਜ਼ੀ ਸਾਡੀ ਹੈ। ਉੱਥੇ ਜਾ ਕੇ ਬਾਹਰੋਂ ਦੁਕਾਨਾਂ ਤੋਂ ਹੀ ਘੁੰਮ ਫਿਰ ਕੇ ਆ ਜਾਣਾ ਹੈ, ਜਾਂ ਅੰਦਰ ਬੈਠ ਕੇ ਗੁਰਬਾਣੀ ਦਾ ਕੁਝ ਲੈ ਕੇ ਆਉਣਾ, ਮਰਜ਼ੀ ਸਾਡੀ ਹੈ। ਟੂਰਿਸਟ ਅਸੀਂ ਇਸ ਦੁਨੀਆ ਤੇ ਹਰੇਕ ਮਨੁੱਖੀ ਟੂਰਿਸਟ ਹੈ, ਮਰਜ਼ੀ ਇਹਦੀ ਹੈ, ਇਹਨੇ ਕਰਨਾ ਕੀ ਹੈ। ਜਿਵੇਂ ਹਰਿਮੰਦਰ ਸਾਹਿਬ ਜਾਏਗਾ, ਘੁੰਮ ਫਿਰ ਕੇ ਆ ਜਾਏਗਾ, ਕੋਈ ਸ਼ਬਦ ਨਹੀਂ ਸੁਣੇਗਾ, ਮਰਜ਼ੀ ਆ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸੱਚ ਸਦੀਵੀ ਹੈ, ਤੂੰ ਇਸ ਦੁਨੀਆ ਤੇ ਆਇਆ ਹੈ, ਸੱਚ ਨੂੰ ਪ੍ਰਾਪਤ ਵੀ ਕਰ ਸਕਦਾ ਹੈ, ਨਹੀਂ ਵੀ ਕਰ ਸਕਦਾ। ਉਹ ਹੈ ਤੇ ਉਸ ਨੂੰ ਵੇਖਣ ਦੇ ਕਈ ਤਰੀਕੇ ਨੇ। ਉਸ ਨੂੰ ਵੇਖਣ ਦੇ ਲਈ, ਉਸ ਨੂੰ ਸਮਝਣ ਦੇ ਲਈ, ਉਸ ਬਾਰੇ ਜਾਣਨ ਦੇ ਲਈ ਸਤ ਸੰਗਤ ਆਉਣਾ ਜ਼ਰੂਰੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲ ਭਾਈ ਧਿੰਗਾ ਉਹ ਆਏ, ਗੁਰੂ ਨਾਨਕ ਸਾਹਿਬ ਜੀ ਨੇ ਪੁੱਛਦੇ ਨੇ, ਕਹਿੰਦੇ ਮਹਾਰਾਜ ਸੱਚ ਬਾਰੇ ਜਾਣਨਾ ਹੈ, ਕਿਵੇਂ ਜਾਣਿਆ ਜਾਏ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜੇ ਤੂੰ ਸੱਚ ਬਾਰੇ ਜਾਣਨਾ ਹੈ, ਇੱਕ ਗੱਲ ਯਾਦ ਰੱਖੀ, ਜਿਹੜਾ ਮੁਰੀਦ ਹੁੰਦਾ ਹੈ ਉਹ ਮੁਰਦਾ ਹੁੰਦਾ ਹੈ, ਤੇ ਜਿਹੜਾ ਗੁਰੂ ਹੁੰਦਾ ਹੈ ਉਹਦੀ ਮੜੀ ਹੁੰਦੀ ਹੈ। ਮੁਰਦਾ ਕੌਣ? ਜਿਹਦੇ ਹੱਥ ਪੈਰ ਹੀ ਨਾ ਹਿੱਲਣ। ਕਹਿੰਦੇ ਜਦੋਂ ਮੁਰਦਾ ਗੁਰੂ ਰੂਪੀ ਮੜੀ ਦੇ ਵਿੱਚ ਟਿਕ ਜਾਂਦਾ, ਹਿੱਲਦਾ ਨਹੀਂ ਹੈ, ਉਸ ਦਿਨ ਉਹ ਸੱਚ ਨੂੰ ਪ੍ਰਾਪਤ ਕਰ ਲੈਂਦਾ। ਇਵੇਂ ਜਿਹੜਾ ਮੁਰੀਦ ਹੈ, ਜਦੋਂ ਗੁਰੂ ਦੇ ਕਹੇ ਬਚਨਾਂ ਨੂੰ ਮੰਨਣ ਲੱਗ ਜਾਂਦਾ, ਆਪਣੀ ਮੱਤ ਛੱਡ ਦਿੰਦਾ ਹੈ, ਉਦਣ ਹੀ ਸੱਚ ਵਿੱਚ ਸਮਾ ਜਾਂਦਾ ਹੈ। ਸੱਚ ਚਾਰੇ ਬੰਨੇ ਹੈ, ਮਨੁੱਖ ਦੇ ਅੰਦਰ ਵੀ ਹੈ, ਚਾਰੇ ਬੰਨੇ ਸੱਚ ਹੀ ਸੱਚ ਹੈ। ਕੱਲ ਨੂੰ ਆਪਾਂ, ਕਿਉਂਕਿ ਇਹ ਜਿਹੜੀ ਪੌੜੀ ਚੱਲੇਗੀ, ਕੱਲ ਤੋਂ ਅਸੀਂ ਸੱਚ ਦੇ ਉੱਤੇ ਹੀ ਵਿਚਾਰ ਕਰਾਂਗੇ, ਸੱਚ ਕੀ ਹੈ। ਕਿਉਂਕਿ ਇਹਦੇ ਵਿੱਚ ਕਈ ਤਰੀਕਿਆਂ ਨਾਲ ਮਹਾਰਾਜ ਸਾਹਿਬ ਨੇ ਦੱਸਿਆ ਹੈ। ਅਸਲ ਦੇ ਵਿੱਚ ਇਹ ਪ੍ਰਿਥਵੀ ਵੀ ਸੱਚ ਹੈ, ਸਾਰੀਆਂ ਹੀ ਚੀਜ਼ਾਂ ਸੱਚ ਨੇ, ਕਿਵੇਂ ਉਹ ਸੱਚ ਨੇ, ਇਹਨਾਂ ਬਾਰੇ ਅਸੀਂ ਕੱਲ ਨੂੰ ਵਿਚਾਰ ਕਰਾਂਗੇ। ਸਤਿਗੁਰੂ ਜੀ ਮਹਾਰਾਜ ਇਹ ਕਿਰਪਾ ਕਰਨ, ਕਿਉਂਕਿ ਸਤਿਗੁਰੂ ਦੀ ਮੱਤ ਦੇ ਨਾਲ ਜਿਹਨੂੰ ਗੁਰੂ ਦੀ ਮੱਤ ਆ ਜਾਂਦੀ ਹੈ, ਉਹ ਸੱਚ ਵਿੱਚ ਸਮਾਉਣਾ ਸ਼ੁਰੂ ਹੋ ਜਾਂਦਾ ਹੈ। ਸੱਚ ਵਿੱਚ ਸਮਾਇਆ ਜਾ ਸਕਦਾ ਹੈ, ਸੱਚ ਦਾ ਅੰਤ ਨਹੀਂ ਲਿਆ ਜਾ ਸਕਦਾ। ਸਮਾਉਣਾ ਹੈ ਅਸੀਂ ਸੱਚ ਵਿੱਚ ਸਮਾ ਸਕਦੇ ਹਾਂ। ਇਹ ਜਿਹੜੀ ਕਾਇਆ ਹੈ, ਇਹਨੇ ਆਪਣੇ ਆਪ ਹੀ ਸੱਚ ਵਿੱਚ ਸਮਾ ਜਾਣਾ ਹੈ, ਇਹਨੂੰ ਸਮਾਉਣ ਦੀ ਲੋੜ ਨਹੀਂ ਹੈ। ਪਰ ਜਿਹੜੀ ਸੁਰਤ ਹੈ ਉਹ ਸੱਚ ਵਿੱਚ ਸਮਾ ਜਾਏ, ਇਹਦੇ ਵਾਸਤੇ ਯਤਨ ਕਰਨੇ ਪੈਂਦੇ ਨੇ। ਸੰਗਤ ਵਿੱਚ ਆਉਣਾ ਇਹ ਯਤਨ ਹੈ ਸੱਚ ਦੇ ਵਿੱਚ ਸਮਾਉਣ ਦਾ, ਸੱਚਾਈ ਵਿੱਚ ਸਮਾਉਣ ਦਾ। ਫਿਰ ਮੈਂ ਦੁਬਾਰਾ ਅੰਤ ਦੇ ਵਿੱਚ ਬੇਨਤੀ ਕਰਦੇ ਹਾਂ, ਸੱਚ ਕੀ ਹੈ? ਜੋ ਬਦਲਦਾ ਨਹੀਂ ਹੈ। ਸਰੀਰ ਦੀਆਂ ਫੋਟੋਆਂ ਚੁੱਕ ਕੇ ਵੇਖੀਏ, ਬਦਲ ਗਿਆ ਹੈ ਸਰੀਰ, ਫਿਰ ਜੇ ਬਦਲ ਗਿਆ ਹੈ ਫਿਰ ਇਹ ਸੱਚ ਨਹੀਂ ਹੈ। ਆਪਣੇ ਬਚਪਨ ਦੀ ਫੋਟੋ ਵੇਖੋ, ਹੁਣ ਦੀ ਵੇਖੋ, ਮਿਲਾ ਕੇ ਵੇਖੋ, ਬਦਲ ਗਈ ਹੈ। ਫਿਰ ਜੇ ਸਰੀਰ ਬਦਲ ਗਿਆ ਹੈ ਇਹ ਸੱਚ ਨਹੀਂ ਹੈ। 10 ਸਾਲਾਂ ਬਾਅਦ ਇਹਦੀ ਫੋਟੋ ਮਿਲਾ ਕੇ ਵੇਖਣਾ, ਹੋਰ ਹੀ ਕੁਝ ਹੋਏਗੀ, ਬਦਲ ਜਾਏਗੀ। ਇੱਕ ਦਿਨ ਐਸਾ ਹੋਏਗਾ ਇਹਦੀ ਫੋਟੋ ਟੰਗੀ ਜਾਏਗੀ, ਬਦਲ ਜਾਏਗੀ, ਜਮਾ ਹੀ ਬਦਲ ਜਾਏਗੀ। ਸੱਚ, ਕਿਉਂਕਿ ਇਹ ਸੱਚ ਨਹੀਂ ਹੈ। ਬੰਦੇ ਚਸ਼ਮ ਦੀਦਨ ਫਨਾਏ, ਸਰੀਰ ਸੱਚ ਨਹੀਂ ਹੈ। ਕੱਲ ਨੂੰ ਬੇਨਤੀ ਕਰਾਂਗੇ ਦੁਨੀਆ ਸੱਚ ਕਿਵੇਂ ਨਹੀਂ ਹੈ, ਇਹਦੇ ਬਾਰੇ ਕੱਲ ਨੂੰ ਵਿਚਾਰ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਕਿਉਂਕਿ ਸੱਚ ਬਾਰੇ ਜਾਣਨਾ ਹੈ। ਜਿਵੇਂ ਜਿਵੇਂ ਅਸੀਂ ਸੱਚ ਬਾਰੇ ਜਾਣਦੇ ਜਾਵਾਂਗੇ, ਜਿਵੇਂ ਜਿਵੇਂ ਸੱਚ ਦਾ ਡਰ ਪੈਂਦਾ ਜਾਏਗਾ, ਸੱਚ ਦਾ ਡਰ ਹੋਣਾ ਜ਼ਰੂਰੀ ਹੈ। ਸੱਚ ਪਰਮਾਤਮਾ, ਉਹਦਾ ਡਰ ਹੋਣਾ, ਉਹਦੇ ਨਾਲ ਪਿਆਰ ਹੋਣਾ, ਇਹ ਦੋਵੇਂ ਚੀਜ਼ਾਂ ਗੁਰੂ ਸਾਹਿਬ ਨੇ ਕਹੀਆਂ ਨੇ, ਭੈ ਤੇ ਭਾਏ। ਅਗਲੇ 7 ਦਿਨਾਂ 'ਚ ਅਸੀਂ ਇਸੇ ਚੀਜ਼ 'ਤੇ ਵਿਚਾਰ ਕਰਾਂਗੇ। ਸੱਚ ਦਾ ਡਰ ਕੀ ਹੈ, ਸੱਚ ਦੇ ਨਾਲ ਪ੍ਰੇਮ ਕੀ ਹੈ, ਔਰ ਜਿਨ੍ਹਾਂ ਦਾ ਸੱਚ ਨਾਲ ਪ੍ਰੇਮ ਹੈ, ਸੱਚ ਨੇ ਉਹਨਾਂ ਨੂੰ ਕੀ ਕੀ ਦਿੱਤਾ ਹੈ, ਪਰਮਾਤਮਾ ਨੇ ਉਹਨਾਂ ਨੂੰ ਕੀ ਕੀ ਦਿੱਤਾ ਹੈ। ਇਹਦੇ ਬਾਰੇ ਕੱਲ ਦੀ ਸੰਗਤ ਵਿੱਚ ਵਿਚਾਰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਸਤਿਗੁਰੂ ਜੀ ਮਹਾਰਾਜ ਇਹ ਕਿਰਪਾ ਕਰਨ, ਜਿੰਨੇ ਸਤਸੰਗੀ ਆਪ ਚੱਲ ਕੇ ਆਉਂਦੇ ਹੋ, ਸਾਰਿਆਂ ਦੇ ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਬੱਚਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ।
ਆਪ ਜੀ ਆਪਣੇ ਬੱਚਿਆਂ ਨੂੰ ਵੀ ਜ਼ਿੰਦਗੀ ਵਿੱਚ, ਜੇ ਗੁਰੂ ਨਾਨਕ ਸਾਹਿਬ ਜੀ ਦਾ, ਮੈਂ ਰਾਤ ਵੀ ਬੱਚਿਆਂ ਨੂੰ ਬੇਨਤੀ ਕੀਤੀ ਸੀ ਵੀ ਕੱਲ ਨਵਾਂ ਸਾਲ ਸੀ, ਇੱਕ ਚੀਜ਼ ਯਾਦ ਰੱਖਿਓ, ਆਪਣੇ ਬੱਚਿਆਂ ਨੂੰ, ਜੇ ਅਸੀਂ ਗੁਰੂ ਘਰ ਆਉਂਦੇ ਹਾਂ, ਮੈਂ ਤੁਹਾਡੇ ਵਿੱਚੋਂ ਕਿੰਨੇ ਬੱਚੇ ਇੱਥੇ ਬੈਠੇ ਨੇ ਜਿਨ੍ਹਾਂ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਜਾਂ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਦੀ ਕੋਈ ਸਾਖੀ ਪਈ ਹੈ? ਵਿਰਲੇ ਹੀ ਸਨ, ਇੱਕ ਦੋ ਹੋਏਗਾ ਜਿਹਦੇ ਘਰ ਹੈਗੀ ਸੀ। ਫਿਰ ਤੁਸੀਂ ਗੁਰੂ ਨੂੰ ਮੰਨਦੇ ਵੀ ਹੋ ਤੇ ਉਹਦਾ ਇਤਿਹਾਸ ਘਰ ਵਿੱਚ ਪੜ੍ਹਦੇ ਵੀ ਨਹੀਂ। ਪਤਾ ਤੇ ਉੱਥੇ ਲੱਗਣਾ ਨਾ ਬੱਚਿਆਂ ਨੂੰ। ਅਸੀਂ ਅਰਦਾਸ ਕਰਾਉਂਦੇ ਹਾਂ ਬੱਚਿਆਂ ਨੂੰ ਸਮੱਤ ਬਖਸ਼ੋ, ਰਾਤ ਨੂੰ ਬੈਠ ਕੇ ਇੱਕ ਸਾਖੀਆਂ ਵਾਲੀ ਕਿਤਾਬ ਲੈ ਕੇ ਇੱਕ ਪੜ੍ਹ ਲਿਆ ਕਰੋ ਬਸ, ਸਾਰਾ ਪਰਿਵਾਰ ਕੋਲ ਬੈਠ ਕੇ ਇੱਕ ਪੜ੍ਹ ਕੇ ਉਸ ਤੋਂ ਬਾਅਦ ਲੰਗਰ ਪਾਣੀ ਛਕ ਕੇ ਪੜ੍ਹ ਸਕਦੇ ਹਾਂ। ਜਾਂ ਕੋਈ ਇੱਕ ਸ਼ਬਦ ਗੁਰਬਾਣੀ ਦਾ ਪੜ੍ਹ ਲਿਆ, ਬੱਚਿਆਂ ਨੂੰ ਕਹੇ ਵੇਖੋ ਭਾਈ ਰੱਬ ਕਿੰਨਾ ਕੁਝ ਦਿੰਦਾ ਹੈ ਭਗਤਾਂ ਨੂੰ। ਇਸ ਤੋਂ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਚਾਹ ਪੈਦਾ ਕਰ ਦਿੱਤਾ ਹੈ ਬਾਬਾ ਫਰੀਦ 'ਚ, ਐਵੇਂ ਮਾਵਾਂ ਚਾਹ ਪੈਦਾ ਕਰਦੀਆਂ ਨੇ। ਫਿਰ ਉਹੀ ਬਾਬਾ ਫਰੀਦ ਸਾਹਿਬ ਅੱਜ ਉਹਦੀਆਂ ਮਾਵਾਂ ਨੂੰ, ਉਹਨਾਂ ਦੀ ਮਾਂ ਨੂੰ ਸਾਰੀ ਦੁਨੀਆ ਨਮਸਕਾਰ ਕਰਦੀ ਹੈ। ਸੋ ਅਸੀਂ ਵੀ ਆਪਣੇ ਬੱਚਿਆਂ ਨੂੰ, ਸਾਡੀਆਂ ਡਿਊਟੀਆਂ ਪਰਮਾਤਮਾ ਨੇ ਲਾਈਆਂ ਨੇ। ਸਾਧ ਸੰਗਤ, ਮੈਨੂੰ ਯਾਦ ਆਉਂਦੀ ਹੈ ਇੱਕ ਮਨੁੱਖ ਦੀ ਗੱਲ। ਉਹ ਕਹਿੰਦਾ ਹੁੰਦਾ ਸੀ, ਮੈਂ ਜਿੱਥੇ ਜੋਬ ਪਹਿਲਾਂ ਕਰਨਾ ਉਹਨੂੰ ਕਹਿਣਾ, ਮੈਂ ਤੁਸੀਂ ਆਪਣੇ ਬੱਚਿਆਂ ਵਾਸਤੇ ਕੁਝ ਕਮਾ ਖਮਾ ਨਹੀਂ ਹੋਰ ਨਹੀਂ ਜਮ੍ਹਾਂ ਕਰ ਰਹੇ। ਉਹ ਇਹ ਗੱਲ ਕਹਿੰਦੇ ਹੁੰਦੇ, ਕਹਿੰਦੇ ਪੁੱਤਰ ਹੋਏ ਸਪੁੱਤਰ ਤੋਂ ਕਿਉਂ ਧਨ ਸੰਚੇ, ਪੁੱਤਰ ਹੋਏ ਕਪੁੱਤਰ ਤੋਂ ਕਿਉਂ ਧਨ ਸੰਚੇ। ਮੈਂ ਇਹਦਾ ਅਰਥ ਕੀ ਹੈ? ਕਹਿੰਦੇ ਇਹਦਾ ਅਰਥ ਹੈ ਜੇ ਪੁੱਤਰ ਸਪੁੱਤਰ ਹੋ ਗਿਆ, ਧਨ ਜੋੜਨ ਦੀ ਲੋੜ ਨਹੀਂ, ਆਪਣੇ ਆਪ ਹੀ ਕਮਾ ਲਏਗਾ। ਜੇ ਪੁੱਤਰ ਕਪੁੱਤਰ ਹੋ ਗਿਆ, ਧਨ ਜੋੜਨ ਦੀ ਲੋੜ ਨਹੀਂ, ਜੋ ਕੁਝ ਕਮਾਇਆ ਸਾਰਾ ਹੀ ਡਾ ਦੇਗਾ, ਛੱਡਣਾ ਹੀ ਕੁਛ ਨਹੀਂ। ਡਾ ਦਿੱਤੇ ਨੇ। ਮੈਂ ਐਸੇ ਮਨੁੱਖਾਂ ਨੂੰ ਵੀ ਜਾਣਦਾ, 160 ਕਿੱਲੇ ਜ਼ਮੀਨ ਸੀ, ਜਿੱਦਣ ਹੀ ਪਿਓ ਦੁਨੀਆ ਤੋਂ ਗਿਆ 50 ਇੱਕੋ ਦਿਨ ਹੀ ਵੇਚ ਦਿੱਤੇ। ਸੋ ਇਹ ਕਿਉਂ ਹੁੰਦਾ ਹੈ? ਜਦੋਂ ਗੁਰੂ ਦੀ ਮੱਤ ਘਰੋਂ ਨਿਕਲ ਜਾਂਦੀ ਹੈ। ਗੁਰੂ ਦੀ ਮੱਤ ਸੰਤੋਖ ਪੈਦਾ ਕਰਦੀ ਹੈ, ਲੱਜਾ ਪੈਦਾ ਕਰਦੀ ਹੈ, ਮਨੁੱਖ ਦੇ ਅੰਦਰ ਪਰਮਾਤਮਾ ਦਾ ਡਰ ਪੈਦਾ ਕਰਦੀ ਹੈ। ਸੋ ਆਪਣੇ ਘਰਾਂ ਵਿੱਚ ਲਾਇਬ੍ਰੇਰੀ ਸਾਡੇ ਇੱਥੇ ਹੈਗੀ ਹੈ, ਗੁਰਦੁਆਰਾ ਸ਼ੀਸ਼ਗੰਜ ਸਾਹਿਬ। ਇੱਥੋਂ ਲਾਇਬ੍ਰੇਰੀ ਵਿੱਚੋਂ ਆਪ ਜੀ ਇੱਕ ਕਿਤਾਬ ਲੈ ਕੇ ਗੁਰੂ ਸਾਹਿਬ ਦੀਆਂ ਸਾਖੀਆਂ ਜ਼ਰੂਰ ਪੜ੍ਹਿਆ ਕਰੋ। ਕੋਈ ਗੁਰਬਾਣੀ ਦੀ ਕਿਤਾਬ ਆਪਣੇ ਬੱਚਿਆਂ ਨੂੰ ਵੀ ਪੜ੍ਹਾਓ, ਤਾਂ ਜੋ ਘਰ ਦੇ ਵਿੱਚ ਇੱਕ ਇਨਵਾਇਰਮੈਂਟ ਪੈਦਾ ਹੋਏ, ਸਾਰੇ ਜਣੇ ਪੜ੍ਹ ਲੈਣ। ਫਿਰ ਵੇਖੋ ਹੌਲੀ ਹੌਲੀ ਘਰ 'ਚ ਸ਼ਾਂਤੀ ਆਏਗੀ, ਮਹਾਰਾਜ ਬਰਕਤਾਂ ਵੀ ਬਖਸ਼ਦੇ ਨੇ। ਬਾਣੀ ਕਹਿੰਦੀ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਲ ਸੋਇਨ ਚੁਬਾਰੇ। ਉਹ ਘਰ ਸੋਨੇ ਦੇ ਬਣ ਜਾਂਦੇ ਨੇ ਜਿੱਥੇ ਰੱਬ ਦੀ ਉਸਤਤ ਹੋਏ, ਰੱਬ ਦੀ ਸਿਫਤ ਸਲਾਹ ਹੋਏ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੀ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।